Hello student, I am Dalwar Singh from Government ITI Mirjan Jalandhar, Department of Technical Education and Industrial Training Punjab। ਅੱਜ ਮੈਂ ਜੋ ਤੁਹਾਡੇ ਲਈ ਟੌਪਿਕ ਲੈ ਕੇ ਆਇਆ ਹਾਂ ਉਹ ਹੈ ਇੰਡੈਕਸਿੰਗ ਤੇ ਇੰਡੈਕਸਿੰਗ ਹੈਡ। ਇੰਡੈਕਸਿੰਗ ਹੈਡ ਕਿੰਨੀ ਤਰ੍ਹਾਂ ਦੇ ਹੁੰਦੇ ਆ, ਸੋ ਉਹਦੇ ਬਾਰੇ ਅੱਜ ਮੈਂ ਤੁਹਾਨੂੰ ਜਿਹੜਾ ਆ ਉਹ ਸਮਝਾਉਂਗਾ। ਇੰਡੈਕਸਿੰਗ ਹੈ ਕੀ ਆ? Indexing is an operation of dividing the circumference of a workpiece into equally spaced division for milling। ਅਸੀਂ ਮਿਲਿੰਗ ਕਰਨ ਦੇ ਲਈ ਅਸੀਂ ਬਰਾਬਰ ਹਿੱਸਿਆਂ ਦੇ ਵਿੱਚ ਕਿਸੇ ਸਿਲੰਡਰੀਕਲ ਜੋਬ ਨੂੰ ਜਾਂ ਵਰਕਪੀਸ ਦੇ ਬਰਾਬਰ ਹਿੱਸੇ ਕਰਨ ਦੇ ਲਈ ਚਾਹੇ ਅਸੀਂ ਉੱਤੇ ਟੀਥ ਕੱਟਣੇ ਆ ਤੇ ਜਾਂ ਅਸੀਂ ਉਹਦੇ ਬਰਾਬਰ ਹਿੱਸੇ ਕਰਨੇ ਆ ਜਾਂ ਉਹਦੀਆਂ ਅਸੀਂ ਬਰਾਬਰ ਸਾਈਡਾਂ ਮਿਲਿੰਗ ਕਰਨੀਆਂ। ਸੋ ਉਹਦੇ ਵਾਸਤੇ ਅਸੀਂ ਜਿਹੜੀ ਆ ਡਿਵਾਈਡਿੰਗ ਉਹਦੀ ਕਰਦੇ ਆ, ਉਹਨੂੰ ਅਸੀਂ ਇੰਡੈਕਸਿੰਗ ਕਹਿੰਦੇ ਆ। ਦਿਸ ਇਜ਼ ਡਨ ਵਿਦ ਦੀ ਹੈਲਪ ਆਫ ਏ ਮਿਲਿੰਗ ਅਟੈਚਮੈਂਟ ਨੋਨ ਐਜ਼ ਡਿਵਾਈਡਿੰਗ। ਇਹ ਇੱਕ ਮਿਲਿੰਗ ਅਟੈਚਮੈਂਟ ਦੇ ਨਾਲ ਅਸੀਂ ਕਰਦੇ ਆ, ਸੋ ਉਹ ਮਿਲਿੰਗ ਅਟੈਚਮੈਂਟ ਨੂੰ ਅਸੀਂ ਡਿਵਾਈਡਿੰਗ ਹੈਡ ਕਹਿੰਦੇ ਆ। ਸੋ ਇਹਦੀ ਵਰਤੋਂ ਕਿੱਥੇ ਕਿੱਥੇ ਕੀਤੀ ਜਾਂਦੀ ਹੈ? ਯੂਜ਼ਿਸ ਆਫ ਇੰਡੈਕਸਿੰਗ, ਗੇਅਰ ਕਟਿੰਗ ਟੀਥ, ਕਟਿੰਗ ਗੇਅਰ ਟੀਥ, ਅਸੀਂ ਕੋਈ ਗੇਅਰ ਵਾ ਉਹਦੇ ਟੀਥ ਕੱਟਣੇ ਹੈਗੇ ਆ। ਕੈਮ ਮਿਲਿੰਗ, ਤੁਸੀਂ ਕੈਮ ਮਿਲਿੰਗ ਕੱਟਣੀ ਹੈਗੀ ਆ ਉਹਦੇ ਵਾਸਤੇ। ਸਪਲਾਈਨ ਕਟਿੰਗ, ਸਪਲਾਈਨ ਕੱਟਣੀਆਂ ਆ ਉਹਦੇ ਵਾਸਤੇ। ਸਕੇਅਰ ਮਿਲਿੰਗ ਕਰਦੀਆਂ, ਤੁਸੀਂ ਕੋਈ ਸਕੇਅਰ ਦੀ ਮਿਲਿੰਗ ਕਰਦੇ ਆ ਉਹਦੇ ਵਾਸਤੇ। ਤੁਸੀਂ ਕੋਈ ਰਾਊਂਡ ਸਿਲੰਡਰੀਕਲ ਪੀਸ ਆ ਉਹਦੇ 'ਤੇ ਤੁਸੀਂ ਉਹਦਾ ਸਕੇਅਰ ਬਣਾਉਣਾ, ਕੱਟਣਾ, ਸੋ ਉਹਦੇ ਲਈ ਮਿਲਿੰਗ ਜਿਹੜੀ ਸਕੇਅਰ ਮਿਲਿੰਗ ਕਰਨੀ ਆ ਉਹ ਵੀ ਇਹਦੇ 'ਤੇ ਕਰ ਸਕਦੇ ਆ। ਕਟਿੰਗ ਆਫ ਫਲੂਇਡ, ਅਸੀਂ ਫਲੂਇਡ ਕੱਟਣੇ ਹੈਗੇ ਆ, ਚਾਹੇ ਉਹ ਰੀਮਰ ਦੇ ਹੋਣ ਚਾਹੇ ਉਹ ਡਰਿਲ ਦੇ ਹੋਣ, ਸੋ ਉਹ ਜਿਹੜੇ ਆ ਅਸੀਂ ਇਸ ਦੇ ਉੱਪਰ ਕੱਟ ਸਕਦੇ ਆ। ਇਸ ਇੰਡੈਕਸਿੰਗ ਦੇ ਨਾਲ ਅਸੀਂ ਜਿਹੜੇ ਆ ਉਹ ਕੱਟਦੇ ਹੈਗੇ ਆ। ਨੈਕਸਟ ਆ ਗਿਆ ਜਿਹੜੀ ਇਹ ਅਟੈਚਮੈਂਟ ਆ ਜਿਹਦੇ ਨਾਲ ਇੰਡੈਕਸਿੰਗ ਕਰਦੇ ਆ, ਉਹਨੂੰ ਅਸੀਂ ਇੰਡੈਕਸਿੰਗ ਹੈਡ ਕਹਿੰਦੇ ਆ। ਇੰਡੈਕਸਿੰਗ ਹੈਡ ਇਜ਼ ਆਲਸੋ ਨੋਨ ਐਜ਼ ਡਿਵਾਈਡਿੰਗ ਹੈਡ। ਅਸੀਂ ਇਹਨੂੰ ਇੰਡੈਕਸਿੰਗ ਹੈਡ ਨੂੰ ਡਿਵਾਈਡਿੰਗ ਹੈਡ ਵੀ ਕਹਿ ਦਿੰਦੇ ਆ ਜਾਂ ਸਪਾਇਰਲ ਹੈਡ ਵੀ ਕਹਿ ਦਿੰਦੇ ਆ। ਇਹ ਇੱਕ ਸਪੈਸ਼ਲ ਟੂਲ ਹੈਗਾ ਆ ਜਿਹੜਾ ਵਰਕ ਪੀਸ ਦੇ ਬਰਾਬਰ ਜਿਹੜਾ ਆ ਉਹਦੇ ਘੇਰੇ ਨੂੰ ਬਰਾਬਰ ਭਾਗਾਂ ਦੇ ਵਿੱਚ ਜਾਂ ਇੰਡੈਕਸ ਕਰਨ ਦੇ ਵਿੱਚ ਹੈਲਪ ਕਰਦਾ ਆ ਜਾਂ ਉਹਦੇ ਬਰਾਬਰ ਭਾਗਾਂ ਦੇ ਵਿੱਚ ਬਣਦਾ। ਦੈਟ ਇਜ਼ ਈਜ਼ਲੀ ਐਂਡ ਪ੍ਰੈਸਿਜ਼ਲੀ ਰੋਟੇਟਡ ਟੂ ਪ੍ਰੀਸੈਟ ਐਂਗਲ। ਸੋ ਇਹ ਜਿਹੜਾ ਪਹਿਲਾਂ ਹੀ ਅਸੀਂ ਜੋ ਐਂਗਲ ਸੈੱਟ ਕੀਤਾ ਆ ਜਾਂ ਜਿਹਦੇ ਲਈ ਅਸੀਂ ਉਹ ਕਰਨਾ ਹੈਗਾ ਆ, ਸੋ ਉਹਦੇ ਬੜਾ ਐਕੂਰੇਸੀ ਦੇ ਨਾਲ, ਬੜਾ ਬਰੀਕੀ ਦੇ ਨਾਲ, ਬੜਾ ਸ਼ੁੱਧਤਾ ਦੇ ਨਾਲ ਜਿਹੜੇ ਆ ਉਹਦੇ ਪਾਰਟ ਜਿਹੜੇ ਆ ਉਹਨੂੰ ਡਿਵੀਜ਼ਨ ਜਿਹੜੇ ਆ ਉਹਦੇ ਕਰਦਾ ਆ, ਸਰਕੂਲਰ ਡਿਵੀਜ਼ਨ ਜਿਹੜੇ ਕਰਦਾ ਆ, ਉਹਦੇ ਭਾਗ ਕਰਦਾ ਆ। ਦਾ ਵਰਕ ਪੀਸ ਇਜ਼ ਹੈਲਡ ਇਨ ਦਾ ਇੰਡੈਕਸਿੰਗ ਹੈਡ ਇਨ ਸੇਮ ਮੈਨਰ ਐਜ਼ ਮੈਟਲ ਵਰਕਿੰਗ ਲੇਥ। ਜਿਹੜੀ ਇਹਦੇ ਵਿੱਚ ਜੌਬ ਹੈਗੀ ਆ ਉਹ ਇਸੇ ਤਰ੍ਹਾਂ ਬੰਨੀ ਜਾਂਦੀ ਆ ਜਿਵੇਂ ਅਸੀਂ ਇੱਕ ਲੇਥ ਦੇ ਉੱਪਰ ਬੰਨ੍ਹਦੇ ਆ, ਉਸੇ ਤਰ੍ਹਾਂ ਜਿਹੜੀ ਆ ਜੌਬ ਇਹਦੇ 'ਤੇ ਬੰਨੀ ਜਾਂਦੀ ਆ। ਸੋ ਜਿਹੜੇ ਅੱਗੇ ਇਹ ਇੰਡੈਕਸਿੰਗ ਹੈਡ ਵਾ ਇਹਨਾਂ ਦੀਆਂ ਕਿਸਮਾਂ ਹੈਗੀਆਂ। ਮੇਨਲੀ ਇਹ 4 ਤਰ੍ਹਾਂ ਦੇ ਹੁੰਦੇ ਆ ਟਾਈਪ ਆਫ ਇੰਡੈਕਸਿੰਗ ਹੈਡ: ਪਲੇਨ ਇੰਡੈਕਸਿੰਗ ਹੈਡ, ਯੂਨੀਵਰਸਲ ਡਿਵਾਈਡਿੰਗ ਹੈਡ ਤੇ ਆਪਟੀਕਲ ਇੰਡੈਕਸਿੰਗ ਹੈਡ, ਵਾਈਡ ਰੇਂਜ ਇੰਡੈਕਸਿੰਗ ਹੈਡ। ਸੋ ਇਹ 4 ਤਰ੍ਹਾਂ ਦੇ ਜਿਹੜੇ ਇੰਡੈਕਸਿੰਗ ਹੈਡ ਹੁੰਦੇ ਆ। ਸੋ ਸਭ ਤੋਂ ਪਹਿਲਾਂ ਗੱਲ ਕਰੀਏ ਪਲੇਨ ਇੰਡੈਕਸਿੰਗ ਹੈਡ। ਇਹਦੇ ਵਿੱਚ ਪਲੇਨ ਦੇ ਵਿੱਚ ਡਾਇਰੈਕਟ ਟਾਈਪ ਆਉਂਦਾ ਆ ਇੱਕ। ਸੋ ਡਾਇਰੈਕਟ ਟਾਈਪ ਦੇ ਵਿੱਚ ਕੀ ਆ, ਇਹ ਤੁਸੀਂ ਦੇਖ ਰਹੇ ਹੋ ਡਾਇਰੈਕਟ ਟਾਈਪ ਆ। ਇਹਦੇ ਵਿੱਚ ਕੀ ਹੁੰਦਾ, ਸਿੱਧਾ ਹੀ ਆ। ਇਹਦੇ ਵਿੱਚ ਤੁਸੀਂ ਜਿੰਨੇ ਇਹਨੇ ਕਰੈਂਕ ਨੂੰ ਜਿਹੜੇ ਆ ਚੱਕਰ ਦਓਗੇ, ਜਿੰਨੇ ਤੁਸੀਂ ਚੱਕਰ ਦਓਗੇ ਉਨੇ ਹੀ ਜੌਬ ਨੂੰ ਆ ਜਾਂਦੇ ਆ। ਜੇ ਤੁਸੀਂ ਇੱਕ ਚੱਕਰ ਇੱਧਰ ਦਿੱਤਾ ਕਰੈਂਕ ਦਾ, ਸੋ ਇੱਕ ਚੱਕਰ ਜਿਹੜਾ ਜੌਬ ਦਾ ਆ ਜਾਂਦਾ। ਇਸੇ ਕਰਕੇ ਇਹਨੂੰ ਜਿਹੜੇ ਆ ਅਸੀਂ ਡਾਇਰੈਕਟ ਟਾਈਪ ਦਾ ਅਸੀਂ ਕਹਿੰਦੇ ਆ। ਇਹਦੇ ਵਿੱਚ ਜਿਹੜੇ ਆ ਇਹ ਪਲੇਟ ਹੈਗੀ ਇੰਡੈਕਸਿੰਗ ਪਲੇਟ, ਇਹਦੇ 'ਚ 24 ਹੋਲ ਕੀਤੇ ਹੁੰਦੇ ਆ। ਸੋ 24 ਹੋਲਾਂ ਦੇ ਹਿਸਾਬ ਨਾਲ ਅਸੀਂ ਜਿਹੜੇ ਆ ਜੌਬ ਨੂੰ ਜਿਹੜੀ ਆ ਉਹ 2 3 4 6 8 12 ਦੇ 24 ਭਾਗਾਂ 'ਚ ਵੰਡ ਸਕਦੇ ਆ। ਯਾਨੀ ਕਿ ਜਿਹੜੇ 24 ਦੇ ਫੈਕਟਰ ਵਾ ਅਸੀਂ ਓਨੇ ਹਿੱਸੇ ਜੌਬ ਦੇ ਕਰ ਸਕਦੇ ਆ। ਇਹਦੇ ਜਿਹੜੇ ਪਾਰਟ ਹੁੰਦੇ ਆ, ਇੱਕ ਤਾਂ ਇਹ ਬੋਡੀ ਆ ਗਈ, ਬੋਡੀ ਦੇ ਅੰਦਰ ਜਿਹੜਾ ਇੱਕ ਸਪਿੰਡਲ ਆ ਗਿਆ, ਸਪਿੰਡਲ ਦੇ ਅੱਗੇ ਜਿਹੜੀ ਹੈਗੀ ਆ ਇੱਕ ਇਹ ਜਿਹੜੀ ਹੈਗੀ ਆ ਇੰਡੈਕਸਿੰਗ ਪਲੇਟ ਲੱਗੀ ਹੋਈ ਆ। ਇਹ ਕੀ ਆ? ਇੰਡੈਕਸਿੰਗ ਪਲੇਟ ਵਾ। ਇਹ ਅੱਗੇ ਸਪਿੰਡਲ ਆ ਜਾਂਦਾ ਆ। ਸੋ ਆਹ ਵਰਕ ਲੱਗਾ ਹੋਇਆ, ਇਹ ਜਿਹੜਾ ਕੈਰੀਅਰ ਹੈਗਾ ਆ। ਸੋ ਆਹ ਵਿੱਚ ਜਿਹੜਾ ਇੱਕ ਸੈਂਟਰ ਲਾ ਦਿੰਦੇ ਆ ਅਸੀਂ। ਸੋ ਇਹ ਜਿਹੜਾ ਆ ਸਪਿੰਡਲ ਦੇ ਵਿੱਚ ਅਸੀਂ ਸੈਂਟਰ ਲਾਇਆ ਵਾ। ਜਿਹੜਾ ਇਹ ਸਪਿੰਡਲ ਹੈਗਾ ਆ, ਸਪਿੰਡਲ ਦੇ ਅੰਦਰ ਮੋਰ ਸਟ੍ਰਿਪਰ ਕੱਟੀ ਹੁੰਦੀ ਆ ਜਿਹਦੇ ਵਿੱਚ ਜਿਹੜੀ ਆ ਅਸੀਂ ਤਾਂ ਕਿ ਜਿਹੜਾ ਅਸੀਂ ਸੈਂਟਰ ਜਿਹੜੇ ਆ ਉਹਦੇ 'ਚ ਲਾ ਸਕੀਏ।
ਇਹਦੇ ਵਿੱਚ ਜਿਹੜੀ ਆ ਅਸੀਂ ਤੇਜ਼ੀ ਦੇ ਨਾਲ ਜਿੱਥੇ ਜਲਦੀ ਅਸੀਂ ਕਟਿੰਗ ਕਰਨੀ ਹੋਵੇ ਜਾਂ ਜਲਦੀ ਕਹਿ ਸਕਦੇ ਇੰਡੈਕਸਿੰਗ ਕਰਨੀ ਹੋਵੇ ਔਰ ਬੜੇ ਥੋੜੇ ਸੀਮਤ ਭਾਗਾਂ ਦੇ ਵਿੱਚ ਕਰਨੀ ਹੋਵੇ, ਉੱਥੇ ਇਹਦੀ ਅਸੀਂ ਵਰਤੋਂ ਜਿਹੜੀ ਆ ਉਹ ਕਰਦੇ ਆ ਇਹਦੀ ਇੰਡੈਕਸਿੰਗ ਕ੍ਰੈਂਕ ਆ। ਸੋ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇੱਕ ਚੱਕਰ ਦੇਣ ਨਾਲ ਇੱਕ ਚੱਕਰ ਆਊਗਾ ਜੋਬ ਦਾ, ਦੋ ਚੱਕਰ ਦੇਣ ਨਾਲ ਦੋ ਆਉਣਗੇ, ਫਿਰ ਉਹਨੂੰ ਅਸੀਂ ਇਹ ਜਿੰਨੇ ਹੋਲ ਕੀਤੇ ਹੋਣਗੇ 24 ਉਹਨਾਂ ਦੇ ਵਿੱਚ ਅਸੀਂ ਇਹਨੂੰ ਵੰਡ ਸਕਦੇ ਹਾਂ। ਦੂਸਰੀ ਟਾਈਪ ਦਾ ਹੈ ਇਸ ਤਰ੍ਹਾਂ ਦਾ, ਇਹਦੇ ਵਿੱਚ ਕੀ ਆ, ਇਹਦੇ ਵਿੱਚ ਸਿਰਫ ਇਹ ਘੁਮਾਉਣ ਲਈ ਆ, ਇਹਦੇ ਪਲੇਟ ਦੇ ਅੱਗੇ ਜਿਹੜੇ ਆ ਸਲੋਟ ਕੱਟੇ ਹੁੰਦੇ ਆ, ਇਹਦੇ ਅੱਗੇ ਸਲੋਟ ਕੱਟੇ ਹੁੰਦੇ ਆ ਤੇ ਅਸੀਂ ਇੱਧਰੋਂ ਇਹਨੂੰ ਘੁਮਾਉਂਦੇ ਆ ਤੇ ਇੱਧਰ ਜਿਹੜੇ ਆ ਸਲੋਟ ਇੰਡੈਕਸਿੰਗ ਜਿਸ ਹਿਸਾਬ ਨਾਲ ਕਰਨੀ ਹੋਵੇ ਉਸ ਹਿਸਾਬ ਨਾਲ ਇਹਦੇ 'ਚ ਸਲੋਟ ਦੇ ਵਿੱਚ ਉੱਥੇ ਲਿਆ ਕੇ ਅਸੀਂ ਇਹਨੂੰ ਕਰ ਲੈਂਦੇ ਹੈਗੇ ਆ। ਅਗਲਾ ਹੈਗਾ ਆ ਬਰਮ ਐਂਡ ਵੀਲ ਟਾਈਪ, ਜਿਹੜਾ ਤੁਸੀਂ ਦੇਖਿਆ ਇਹ ਬਰਮ ਤੇ ਵੀਲ ਟਾਈਪ ਦਾ ਦੂਸਰਾ ਜਿਹੜਾ ਹੈਗਾ। ਸੋ ਇਹਦੇ ਵਿੱਚ ਕੀ ਹੁੰਦਾ ਆ, ਇਹਦੇ ਵਿੱਚ ਜਿਹੜੀ ਹੈਗੀ ਆ ਰੇਸ਼ੋ ਹੁੰਦੀ ਆ। ਇਹਦੇ ਵਿੱਚ ਕੀ ਆ, ਇਹ ਜਿਵੇਂ ਬਰਮ ਸ਼ਾਫਟ ਲੱਗੀ ਆ, ਇਹਦੇ ਬਾਹਰ ਜਿਹੜੀ ਆ ਬਾਹਰਲੇ ਪਾਸੇ, ਕਿਉਂਕਿ ਇਹਦੇ ਨਾਲ ਇਹ ਅਟੈਚ ਨਹੀਂ ਹੁੰਦੀ, ਇਹ ਬੋਡੀ ਦੇ ਨਾਲ ਅਟੈਚ ਹੁੰਦੀ ਆ, ਇੰਡੈਕਸਿੰਗ ਪਲੇਟ ਵਾ। ਇਸ ਜਿਹੜੇ ਬਰਮ ਸ਼ਾਫਟ ਦੇ ਬਾਹਰਲੇ ਪਾਸੇ ਕਰੈਂਕ ਕੱਸੀ ਆ, ਕਰੈਂਕ ਕੱਸੀ ਆ। ਫਿਰ ਇਹ ਜਿਹੜਾ ਜਦੋਂ ਅਸੀਂ ਇੱਕ ਬਾਹਰੋਂ ਚੱਕਰ ਇਹਦਾ ਦਿੰਨੇ ਆ, ਇਹ ਬਰਮ ਸ਼ਾਫਟ ਦਾ ਇੱਕ ਚੱਕਰ ਜਦੋਂ ਆਉਂਦਾ, ਕਿਉਂਕਿ ਇਹ ਸਿੰਗਲ ਸਟਾਰ ਥਰੈਡ ਵਾ, ਤੇ ਬਰਮ ਦੇ ਉੱਪਰ ਸਿੰਗਲ ਸਟਾਰ ਥਰੈਡ ਵਾ। ਫਿਰ ਇਹ ਜਿਹੜੇ ਆ ਸਾਡਾ ਜਿਹੜਾ ਬਰਮ ਵੀਲ ਵਾ, ਇਹਦਾ ਇੱਕ ਅੱਗੇ ਨੂੰ ਦੰਦਾ ਜਿਹੜਾ ਚਲ ਜਾਂਦਾ। ਸੋ ਇਸ ਬਰਮ ਵੀਲ ਦੇ ਉੱਪਰ 40 ਦੰਦੇ ਕੱਟੇ ਹੁੰਦੇ ਆ। ਸੋ ਇੱਕ ਚੱਕਰ ਦੇਵਾਂਗੇ ਇੱਕ ਦੰਦਾ ਅੱਗੇ ਨੂੰ, ਦੋ ਦੇਵਾਂਗੇ ਦੂਸਰਾ, ਤੀਸਰਾ ਦੇਵਾਂਗੇ 3, ਸੋ 4। ਇਸ ਤਰ੍ਹਾਂ ਜਿਹੜਾ ਆ ਇਹ ਜਦੋਂ 40 ਚੱਕਰ ਇਹਦੇ ਪੂਰੇ ਆ ਜਾਣਗੇ ਤਾਂ ਇਹਦਾ ਇੱਕ ਪੂਰਾ ਚੱਕਰ ਆ ਜਾਏਗਾ। ਇਹ ਸਪਿੰਡਲ ਦੇ ਉੱਪਰ ਕੱਸਿਆ, ਫਿਰ ਸਪਿੰਡਲ ਦੇ ਸਾਹਮਣੇ ਪਾਸੇ ਅੱਗੇ ਅਸੀਂ ਜਿਹੜੀ ਆ ਜੋਬ ਬੰਨੀ ਹੁੰਦੀ ਆ। ਇਸ ਤੋਂ ਭਾਵ ਕਿ 40 ਚੱਕਰ ਦੇਣ ਦੇ ਨਾਲ ਇਹਦਾ ਜਿਹੜਾ ਆ ਜੋਬ ਦਾ ਇੱਕ ਚੱਕਰ ਆਊਗਾ। ਜੇ ਅਸੀਂ ਇਹਦਾ ਇੱਕ ਚੱਕਰ ਦੇਵਾਂਗੇ ਤਾਂ ਜੋਬ ਦਾ 1/40 ਚੱਕਰ ਆਊਗਾ। ਇਹ ਹੈ ਬਰਮ ਤੇ ਬਰਮ ਵੀਲ ਟਾਈਪ ਦਾ। ਸੋ ਇਹਦੇ ਵਿੱਚ 1/40 ਦੀ ਜਿਹੜੀ ਆ ਉਹ ਰੇਸ਼ੋ ਹੁੰਦੀ ਆ। ਅਗਲਾ ਜਿਹੜਾ ਆ ਗਿਆ ਯੂਨੀਵਰਸਲ ਡਿਵਾਈਡਿੰਗ ਹੈਡ। ਯੂਨੀਵਰਸਲ ਡਿਵਾਈਡਿੰਗ ਹੈਡ ਉਹ ਆ ਜਿੱਥੇ ਸਿੰਪਲ ਇੰਡੈਕਸਿੰਗ ਨਹੀਂ ਹੋ ਸਕਦੀ, ਜਿੱਥੇ ਆਪਾਂ ਜਿਹੜੇ ਕੁਝ ਐਕਸਟਰਾ ਜਿਹੜੇ ਆ ਕੰਮ ਲੈਣੇ ਹੋਣ, ਜਿਵੇਂ ਅਸੀਂ ਬੈਬਲ ਗੇਅਰ ਕੱਟਣਾ, ਕਿਸੇ ਡਿਗਰੀ ਤੇ ਉਹਨੂੰ ਘੁਮਾਉਣਾ ਹੋਵੇ। ਸੋ ਇਹ ਜਿਹੜੇ ਆ ਸਾਡੇ ਕੋਲ ਇਹਦੇ 'ਚ ਐਕਸਟਰਾ ਫੀਚਰ ਜਿਹੜੇ ਆ ਉਹ ਆ ਜਾਂਦੇ ਆ। ਸੋ ਇਹ ਯੂਨੀਵਰਸਲ ਡਿਵਾਈਡਿੰਗ ਹੈਡ ਇਹਨੂੰ ਕਹਿੰਦੇ ਆ। ਇਹਦੇ ਵਿੱਚ ਇਹਦੇ ਨਾਲ ਕੀ ਆ, ਬਰਾਊਨ ਤੇ ਸ਼ਾਰਪ ਕੰਪਨੀ ਦੀਆਂ ਜਿਹੜੀਆਂ ਪਲੇਟਾਂ ਲੱਗੀਆਂ ਹੁੰਦੀਆਂ। ਸੋ ਪਲੇਟਾਂ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਵੱਖ-ਵੱਖ ਹੋਲਾਂ ਦੀਆਂ ਹੁੰਦੀਆਂ, ਇਹਦੇ 'ਚ ਸੁਰਾਖ ਪਏ ਹੁੰਦੇ ਆ। ਸੋ ਜਿਵੇਂ ਜਿਹੜਾ ਬਰਮ ਵੀਲ ਵਾਲਾ ਆ ਉਹਦੇ ਵਿੱਚ ਸੁਰਾਖ ਜਿਹੜੀ ਇੰਡੈਕਸਿੰਗ ਪਲੇਟ ਵਾ ਲੱਗੀ ਹੋਣੀ ਆ। ਸੋ ਉਹ ਇੱਥੇ ਵੀ ਜਿਹੜੀ ਆ ਇੰਡੈਕਸਿੰਗ ਪਲੇਟ ਜਿਹੜੀ ਆ ਉਹ ਬਾਹਰਲੇ ਪਾਸੇ ਲੱਗੀ ਹੁੰਦੀ ਆ। ਇੱਕ ਇਹਦੇ 'ਚ 1 ਨੰਬਰ ਦੀ ਪਲੇਟ ਆ ਜਿਹਦੇ 'ਚ 15, 16, 17, 18 ਤੇ 19 ਤੇ 20 ਸਰਕਲ ਵਾਲੇ ਜਿਹੜੇ ਆ ਹੋਲ ਹੁੰਦੇ ਆ। ਸੋ ਦੂਸਰੀ ਪਲੇਟ ਦੇ ਵਿੱਚ ਜਿਹੜੇ ਆ 21, ਇੱਕ ਸਰਕਲ 'ਚ 21 ਹੁੰਦੇ ਆ, ਦੂਸਰੇ 'ਚ 23 ਹੁੰਦੇ ਆ, ਫਿਰ ਅੱਗੇ 27 ਹੁੰਦੇ ਆ, 29 ਹੁੰਦੇ ਆ, 31 ਹੁੰਦੇ, 33 ਹੁੰਦੇ ਆ। ਜਿਹੜੇ 3 ਨੰਬਰ ਦੀ ਪਲੇਟ ਆ ਉਹਦੇ 'ਚ ਇੱਕ ਸਰਕਲ 'ਚ 37 ਹੁੰਦੇ ਆ, ਫਿਰ 39 ਆ ਜਾਂਦੇ, ਫਿਰ 41 ਆ ਜਾਂਦੇ, ਫਿਰ 43 ਆ ਜਾਂਦੇ, ਫਿਰ 47 ਆ ਜਾਂਦੇ, ਫਿਰ 49 ਆ ਜਾਂਦੇ ਆ। ਸੋ ਇਹਦੇ ਵਿੱਚ ਕੀ ਆ, ਇਹਦੇ ਐਕਸਟਰਾ ਫੀਚਰ ਇਹਦੇ ਵਿੱਚ ਜਿਹੜੇ ਆ ਇਹਦੇ ਐਕਸਟਰਾ ਪਾਰਟ ਆ। ਜਿਵੇਂ ਤੁਸੀਂ ਦੇਖ ਸਕਦੇ ਇਹਦੀ ਐਕਜ਼ਲਰੀ ਸ਼ਾਫਟ ਜਿਹੜੀ ਨਿਕਲੀ ਹੋਈ ਆ। ਸੋ ਇਹਦੇ ਵਿੱਚ ਅਸੀਂ ਡਾਇਰੈਕਟ ਇੰਡੈਕਸਿੰਗ ਵੀ ਕਰ ਸਕਦੇ ਆ ਤੇ ਅਸੀਂ ਇਹਨੂੰ ਜਿਹੜੀ ਹੈਗੀ ਆ ਕੰਪਾਊਂਡ ਇੰਡੈਕਸਿੰਗ ਵੀ ਕਰ ਸਕਦੇ ਆ। ਇਹਦੇ ਨਾਲ ਅਸੀਂ ਜਿਹੜੀ ਹੈਗੀ ਆ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਇੰਡੈਕਸਿੰਗਾਂ ਜਾਂ ਇਹਨੂੰ ਅਸੀਂ ਜਿਹੜੀ ਹੈਗੀ ਆ ਕਿਸੇ ਡਿਗਰੀ ਤੇ ਵੀ ਘੁਮਾ ਸਕਦੇ ਆ। ਸੋ ਇਹ ਯੂਨੀਵਰਸਲ ਡਿਵਾਈਡਿੰਗ ਹੈਡ ਵਾ। ਹੁਣ ਇਹਦੇ ਜਿਹੜੇ ਪਾਰਟਸ ਹੈਗੇ ਆ ਸਵਿਬਲ ਬਲੌਕ ਆ। ਜਿਵੇਂ ਤੁਸੀਂ ਦੇਖਿਆ ਇਹਦਾ ਸਵਿਬਲ ਬਲੌਕ ਕਿਹੜਾ, ਇਹ 5 ਨੰਬਰ ਜਿਹੜਾ ਹੈਗਾ ਇਹ ਸਵਿਬਲ ਬਲੌਕ ਆ। ਇਹਨੂੰ ਅਸੀਂ ਯਾਨੀ ਕਿ ਉੱਪਰ 90 ਡਿਗਰੀ ਜਾਂ 90 ਤੋਂ ਘੱਟ ਡਿਗਰੀ ਤੇ ਅਸੀਂ ਜਿਹੜਾ ਆ ਉਹਨੂੰ ਘੁਮਾ ਸਕਦੇ ਹੈਗੇ ਆ, ਲਿਜਾ ਸਕਦੇ ਹੈਗੇ ਆ। ਸੋ ਬੇਸ ਪਲੇਟ ਵਾ, ਇਹ ਇਹਦੀ 1 ਨੰਬਰ ਤੇ ਜਿਹੜੇ ਲਿਖਿਆ ਆ ਇਹ ਇਹਦੀ ਬੇਸ ਪਲੇਟ ਆ। ਵਰਕ ਸਪਿੰਡਲ ਹੈਗਾ ਆ, ਇਹ ਇਹਦਾ ਜਿਹੜਾ 2 ਨੰਬਰ ਲਿਖਿਆ ਆ ਇਹ ਇਹਦਾ ਵਰਕ ਸਪਿੰਡਲ ਹੈਗਾ ਆ। ਡਾਇਰੈਕਟ ਇੰਡੈਕਸਿੰਗ ਪੈਨ ਹੈਗੀ ਆ। ਹੁਣ ਡਾਇਰੈਕਟ ਇੰਡੈਕਸਿੰਗ ਪੈਨ ਇਹ ਜਿੱਥੇ 4 ਨੰਬਰ ਲਿਖਿਆ ਆ ਇਹ ਡਾਇਰੈਕਟ ਇੰਡੈਕਸਿੰਗ ਪੈਨ ਆ। ਡਾਇਰੈਕਟ ਇੰਡੈਕਸਿੰਗ ਪਲੇਟ, ਸੋ ਆ ਜਿਹੜੀ ਹੈਗੀ ਆ ਸਾਡੀ ਪਲੇਟ ਹੈਗੀ ਆ 9 ਨੰਬਰ ਜਿਹੜੀ ਆ ਉਹ ਡਾਇਰੈਕਟ ਇੰਡੈਕਸਿੰਗ ਪਲੇਟ ਵਾ। ਇਹਦੇ ਵਿੱਚ ਸੁਰਾਖ ਪਏ ਹੁੰਦੇ ਵੱਖ-ਵੱਖ ਦੇ। ਸੋ ਇੰਡੈਕਸਿੰਗ ਪਲੇਟ ਬੈਕ ਸਟਾਪ ਪੈਨ, ਇਹ ਜਿੱਥੇ 10 ਨੰਬਰ ਲਿਖਿਆ ਆ ਇਹ ਇਹਦੀ ਜਿਹੜੀ ਆ ਇੰਡੈਕਸਿੰਗ ਪਲੇਟ ਬੈਕ ਸਟਾਪ ਪੈਨ ਹੈਗੀ ਆ। ਜਦੋਂ ਅਸੀਂ ਇਹਨੂੰ ਲੌਕ ਕਰਨਾ ਹੋਵੇ, ਜਦੋਂ ਅਸੀਂ ਇਹਨੂੰ ਜਿਹੜੀ ਹੈਗੀ ਆ ਪਲੇਟ ਨੂੰ ਨਾ ਹਿੱਲਣ ਦੇਣਾ ਹੋਵੇ, ਫਿਰ ਇੱਥੇ ਇਹਦੇ ਨਾਲ ਅਸੀਂ ਲੌਕ ਕਰ ਦਿੰਦੇ ਆ। ਸੋ ਇੰਡੈਕਸਿੰਗ ਕ੍ਰੈਂਕ, ਇਹ ਇੰਡੈਕਸਿੰਗ ਜਿਹੜੀ ਆ ਕ੍ਰੈਂਕ ਹੈਗੀ ਆ 1 ਨੰਬਰ ਦੀ। ਸੈਕਟਰ ਆਰਮ, ਆ ਜਿਹੜੀ ਆ ਸੈਕਟਰ ਆਰਮ ਹੈਗੀਆਂ ਆ। ਐਕਜ਼ਲਰੀ ਬਾਰਮ ਸ਼ਾਫਟ ਇਹ ਹੈਗੀ ਆ ਜਿਹਦੇ ਤੇ ਅਸੀਂ ਗੇਅਰ ਟ੍ਰੇਨ ਜਿਹੜੀ ਆ ਫਿੱਟ ਕਰ ਲੈਂਦੇ ਆ। ਗੇਅਰ ਟ੍ਰੇਨ ਦੇ ਨਾਲ ਅਸੀਂ ਫਿੱਟ ਕਰਕੇ ਜਿਹੜੀ ਆ ਉਹ ਚਾਹੇ ਅਸੀਂ ਉਹਦੇ ਨਾਲ
ਟੇਬਲ ਨੂੰ ਅੱਗੇ ਨੂੰ ਫੀਡ ਦੇਣੀ ਹੋਵੇ ਜਿਹੜੀ ਕਰਨੀ ਹੋਵੇ। ਸੋ ਇਸ ਕਰਕੇ ਇੱਥੇ ਜਿਹੜੀ ਆ ਅਸੀਂ ਗੇਅਰ ਟ੍ਰੇਨ ਇਹਦੇ ਤੇ ਫਿੱਟ ਕਰ ਲੈਂਦੇ ਹੈਗੇ ਆ। ਸੋ ਅੱਗੇ ਆ ਗਿਆ ਇੰਡੈਕਸਿੰਗ ਪਲੇਟ ਤੇ ਸੈਕਟਰ ਆਰਮ। ਸੋ ਇਹ ਇੰਡੈਕਸਿੰਗ ਪਲੇਟ ਤੇ ਸੈਕਟਰ ਆਰਮ ਇਹ ਜਿਹੜੀਆਂ ਆ ਇੰਡੈਕਸਿੰਗ ਪਲੇਟ ਵਾ ਪਲੇਟਾਂ ਹੁੰਦੀਆਂ ਇਹ ਪਲੇਟਾਂ ਦੇ ਵਿੱਚ ਕੀ ਆ ਇੱਕ ਸਰਕਲ ਵੱਜੇ ਹੁੰਦੇ ਆ ਸੋ ਉਹਦੇ ਵਿੱਚ ਉਹ ਸਰਕਲ ਪੂਰਾ ਜਿਹੜਾ ਆ ਉਹਦੇ ਵਿੱਚ ਜਿਹੜੇ ਆ ਉਹ ਵੱਖ-ਵੱਖ ਹੋਲ ਜਿਹੜੇ ਆ ਉਹ ਲੱਗੇ ਹੁੰਦੇ ਆ। ਜਿਵੇਂ ਮੈਂ ਇੱਥੇ ਦਿਖਾਣਾ ਇੱਦਾਂ ਸਰਕਲ ਹੈਗਾ ਆ, ਇਹ ਸਰਕਲ ਹੈਗਾ, ਇਹਦੇ ਅੰਦਰ ਇੱਕ ਜਿਹੜਾ ਸਰਕਲ ਹੈਗਾ ਪਲੇਟ ਦੇ ਇਹਦੇ ਅੰਦਰ ਹੈਗਾ। ਸੋ ਇਸ ਦੇ ਵਿੱਚ ਅਲੱਗ ਹੋਲ ਹੋਣਗੇ, ਵੱਖਰੇ ਵੱਖਰੇ ਹੋਲ 16 ਵੀ ਹੋ ਸਕਦੇ ਆ, ਅਗਲੇ 'ਚ 17 ਹੋ ਸਕਦੇ ਆ, ਸੋ ਅਗਲੇ 'ਚ 18 ਹੋ ਸਕਦੇ ਆ। ਇਸ ਤਰੀਕੇ ਦੇ ਨਾਲ ਇਹਦੇ ਵਿੱਚ ਜਿਹੜੇ ਆ ਉਹ ਵੱਖ-ਵੱਖ ਸਰਕਲ ਦੇ ਵਿੱਚ ਹੋਲ ਪਏ ਹੁੰਦੇ ਆ, ਸਰਾਖ ਜਿਹੜੇ ਆ ਹੁੰਦੇ ਆ ਸਰਕਲਾਂ ਦੇ ਵਿੱਚ। ਤੋਂ ਜਿਹੜਾ ਸਾਨੂੰ ਜਿੰਨੇ ਹੋਲਾਂ ਵਾਲਾ ਸਰਕਲ ਚਾਹੀਦਾ ਹੁੰਦਾ ਅਸੀਂ ਇੰਡੈਕਸਿੰਗ ਦੇ ਹਿਸਾਬ ਨਾਲ ਉਹ ਅਸੀਂ ਇਹਦੇ 'ਚੋਂ ਸਿਲੈਕਟ ਕਰ ਲੈਂਦੇ ਆ। ਅੱਗੇ ਹੈਗੀ ਇਹ ਜਿਹੜੀ ਆ ਸੈਕਟਰ ਆਰਮ ਆ, ਇਹਦੇ ਤੇ ਲੱਗੀ ਆ ਸੈਕਟਰ ਆਰਮ ਲੱਗੀ ਆ। ਸੈਕਟਰ ਆਰਮ ਦਾ ਕੰਮ ਕੀ ਆ, ਜਦੋਂ ਅਸੀਂ ਹੋਲ ਗਿਣਨੇ ਹੁੰਦੇ, ਜਦੋਂ ਅਸੀਂ ਇੰਡੈਕਸਿੰਗ ਮੂਵਮੈਂਟ ਦੇਣੀ ਹੁੰਦੀ ਆ ਤਾਂ ਕੀ ਹੁੰਦਾ ਆ ਕਿ ਸਾਨੂੰ ਵਾਰ-ਵਾਰ ਹੋਲ ਗਿਣਨੇ ਪੈਂਦੇ। ਜਦੋਂ ਤਾਂ ਪੂਰਾ ਚੱਕਰ ਆ ਜਾਵੇ ਫਿਰ ਤਾਂ ਸਾਨੂੰ ਕੋਈ ਜ਼ਰੂਰਤ ਨਹੀਂ ਪੈਂਦੀ, ਅਸੀਂ ਉੱਥੇ ਹੀ ਲਿਆ ਕੇ ਮੰਨ ਲਓ ਇੱਥੋਂ ਕਿ ਤਾਂ ਇੱਥੇ ਹੀ ਆ ਗਿਆ ਵਾਰ-ਵਾਰ। ਪਰ ਜਦੋਂ ਸਾਨੂੰ ਕੁਛ ਅੱਗੇ ਨੂੰ ਜਿਹੜੀ ਆ ਉਹ ਕਿਸੇ ਹੋਲਾਂ ਦੇ ਨੰਬਰਾਂ ਦੀ ਵੀ ਮੂਵਮੈਂਟ ਦੇਣੀ ਪਵੇ ਫਿਰ ਸਾਨੂੰ ਵਾਰ-ਵਾਰ ਜਿਹੜੇ ਆ ਹੋਲ ਜਿਹੜੇ ਉਹ ਗਿਣਤੀ ਕਰਨੇ ਪੈਂਦੇ। ਉਸ ਲਈ ਅਸੀਂ ਕੀ ਕਰਦੇ ਹਾਂ, ਸੈਕਟਰ ਆਰਮ ਨੂੰ ਜਿਹੜਾ ਆ ਉਹ ਸਿਲੈਕਟ ਕਰ ਲੈਂਦੇ ਆ। ਇਹ ਦੋਵੇਂ ਜਿਹੜੀਆਂ ਆਰਮਾਂ ਹੈਗੀਆਂ ਇਹਨਾਂ ਨੂੰ ਅਸੀਂ ਕਿਸੇ ਵੀ ਜਿਹੜਾ ਆ ਉਹ ਹੋਲਾਂ ਦੇ ਵਿਚਕਾਰ ਜਿਹੜੇ ਆ ਰੱਖ ਸਕਦੇ, ਜਿੰਨਾ ਮਰਜ਼ੀ ਇਹਨਾਂ 'ਚ ਡਿਫਰੈਂਸ ਜਿਹੜਾ ਹੋਲਾਂ ਦਾ ਅਸੀਂ ਕਰ ਸਕਦੇ ਹਾਂ। ਸੋ ਇਹਨੂੰ ਜਿਹੜਾ ਐਡਜਸਟ ਕਰ ਲਿਆ ਜਾਂਦਾ ਤਾਂ ਕਿ ਸਾਨੂੰ ਵਾਰ-ਵਾਰ ਜਿਹੜਾ ਆ ਉਹ ਹੋਲਾਂ ਦੀ ਗਿਣਤੀ ਨਾ ਕਰਨੀ ਪਵੇ। ਸੋ ਅੱਗੇ ਤੁਸੀਂ ਯੂਜ਼ੇਸ ਆਫ ਸੈਕਟਰ ਆਰਮ ਦਾ ਦਿਖਾਇਆ ਇਹਦੇ ਵਿੱਚ ਦੇਖ ਰਹੇ ਹੋ। ਸੋ ਇਹਦੇ ਵਿੱਚ ਕੀ ਆ, ਇਹ ਸੈੱਟ ਕੀਤੀ ਗਈ ਆ ਸੈਕਟਰ ਆਰਮ ਜਿਹੜੀ ਆ ਉਹ ਸੈੱਟ ਕਰ ਰਹੇ ਆ। ਫਿਰ ਜਦੋਂ ਸੈੱਟ ਹੋ ਗਏ ਜਿੰਨੇ ਹੋਲ ਚਾਹੀਦੇ ਆ ਉਹਨਾਂ ਇਹਦੇ 'ਚ ਦੋਨਾਂ 'ਚ ਜਿਹੜਾ ਆ ਡਿਫਰੈਂਸ ਰੱਖ ਕੇ ਜਾਂ ਦੋਨਾਂ ਦਾ ਵਿੱਚ ਗੈਪ ਉਹਨਾਂ ਰੱਖ ਕੇ ਫਿਰ ਇਹ ਜਿਹੜਾ ਸਕਰੀਊ ਹੈਗਾ ਇਹਨੂੰ ਕੱਸ ਦਿੱਤਾ ਜਾਂਦਾ ਆ। ਤੇ ਫਿਰ ਕੀ ਹੁੰਦਾ ਆ, ਇਹ ਮੁੜ ਕੇ ਜਿਹੜਾ ਆ ਉਹ ਸਾਡਾ ਫਿਕਸ ਹੋ ਜਾਂਦਾ ਕਿ ਕਿੰਨੇ ਤੱਕ ਅਸੀਂ ਹੋਲ ਜਿਹੜੇ ਇਹਦੇ ਲਿਜਾਣੇ ਆ। ਫਿਰ ਉਹਨਾਂ ਇਹਨਾਂ ਦੇ ਵਿੱਚ ਜਿਹੜਾ ਦੋਨਾਂ ਦੇ ਵਿੱਚ ਹੋਲਾਂ ਦਾ ਡਿਫਰੈਂਸ ਹੋ ਜਾਂਦਾ। ਸੋ ਇਸ ਤਰੀਕੇ ਦੇ ਨਾਲ ਜਿਹੜੀ ਆ ਇਹ ਸੈਕਟਰ ਆਰਮ ਦੀ ਅਸੀਂ ਜਿਹੜੀ ਆ ਉਹ ਵਰਤੋਂ ਕਰ ਸਕਦੇ ਆ। ਅਗਲਾ ਆ ਗਿਆ ਆਪਟੀਕਲ ਇੰਡੈਕਸਿੰਗ ਹੈਡ। ਸੋ ਆਪਟੀਕਲ ਇੰਡੈਕਸਿੰਗ ਹੈਡ ਕੀ ਆ, ਆਪਟੀਕਲ ਇੰਡੈਕਸਿੰਗ ਹੈਡ ਜਿਹੜਾ ਆ ਇਹਦੇ ਨਾਲ ਅਸੀਂ ਕੀ ਕਰਦੇ ਆ, ਜਿਵੇਂ ਸਾਡਾ ਜਿਹੜਾ ਅੱਗੇ ਆ ਗਿਆ ਯੂਨੀਵਰਸਲ ਇੰਡੈਕਸਿੰਗ ਹੈਡ ਸੀ। ਆਪਟੀਕਲ ਇੰਡੈਕਸਿੰਗ ਹੈਡ ਦਾ ਮਤਲਬ ਆ ਕਿ ਇਹਦੇ ਵਿੱਚ ਇਹ ਜਦੋਂ ਅਸੀਂ ਜ਼ਿਆਦਾ ਐਂਗੂਲਰ ਇੰਡੈਕਸਿੰਗ ਕਰਨੀ ਹੋਵੇ, ਜਿਹੜਾ ਬਰੀਕੀ ਦੇ ਨਾਲ ਜਿਹੜੀ ਐਂਗੂਲਰ ਇੰਡੈਕਸਿੰਗ ਕਰਨੀ ਹੋਵੇ, ਜਾਂ ਅਸੀਂ ਕਿਸੇ ਜਿਹੜੀ ਆ ਕਿਸੇ ਸਤ੍ਹਾ ਦਾ ਐਂਗਲ ਮਾਪਣਾ, ਕਿਸੇ ਜੋਬ ਦਾ ਐਂਗਲ ਮਾਪਣਾ ਹੋਵੇ ਤਾਂ ਇਹਦੇ ਉੱਪਰ ਜਿਹੜਾ ਆਪਟੀਕਲ ਇੰਡੈਕਸਿੰਗ ਹੈਡ ਵਾ ਉਹਦੇ ਉੱਪਰ ਅਸੀਂ ਕਰਦੇ ਹੈਗੇ ਆ। ਸੋ ਇਹਦਾ ਕੰਮ ਆ ਕਿ ਅਸੀਂ ਇਹਦੇ ਨਾਲ ਜਿਹੜਾ ਆ 1 ਮਿੰਟ ਤੱਕ ਦੀ ਛੋਤਾ ਦੇ ਨਾਲ ਅਸੀਂ ਜਿਹੜੀ ਆ ਉਹ ਇੰਡੈਕਸਿੰਗ ਜਿਹੜੀ ਕਰ ਸਕਦੇ ਆ ਜਾਂ ਅਸੀਂ ਜੋਬ ਦਾ ਐਂਗਲ ਮਾਪ ਸਕਦੇ ਆ। ਸੋ ਇਹਦੇ ਵਿੱਚ ਹੁੰਦਾ ਕੀ ਆ, ਜਿਹੜੀ ਸਾਡੇ ਪਿੱਛੇ ਤੁਸੀਂ ਦੇਖਿਆ ਬਰਮ ਤੇ ਬਰਮ ਵੀਲ ਵਾ, ਇਹਦੇ ਵਿੱਚ ਇੱਥੇ ਇਹਨੂੰ ਘੁਮਾਉਣੇ ਆ। ਜਿਹੜਾ ਬਰਮ ਤੇ ਬਰਮ ਵੀਲ ਵਾ ਉਹਦਾ ਸਿਰਫ ਕੰਮ ਆ ਘੁਮਾਉਣ ਦਾ। ਜਦੋਂ ਇਹਦੇ ਤੇ ਸਪਿੰਡਲ ਤੇ ਉਹ ਲੱਗਾ ਹੋਏਗਾ ਜਿਹੜਾ ਅੰਦਰ ਵੀਲ ਹੈਗਾ ਆ, ਜਦੋਂ ਇਹ ਵੀਲ ਘੁੰਮੇਗਾ ਤੇ ਕੀ ਹੁੰਦਾ ਆ ਕਿ ਜਿਹੜਾ ਤੁਹਾਡਾ ਅੰਦਰ ਵਰਮ ਵੀਲ ਹੈਗੀ ਆ, ਗੇਅਰ ਹੈਗਾ ਆ, ਉਹਦੇ ਉੱਪਰ ਇੱਕ ਗਲਾਸ ਦੀ ਜਿਹੜੀ ਆ ਉਹ ਸਰਕੂਲਰ ਪਲੇਟ ਲੱਗੀ ਹੁੰਦੀ ਆ, ਉਹਦੇ ਉੱਪਰ 1 ਡਿਗਰੀ ਦੇ ਨਿਸ਼ਾਨ ਲੱਗੇ ਹੁੰਦੇ। ਤੁਸੀਂ ਜਾਣਦੇ ਆ ਕਿ ਪੂਰਾ ਜਿਹੜਾ ਘੇਰਾ ਹੁੰਦਾ ਜਾਂ ਪੂਰਾ ਸਰਕਲ ਹੁੰਦਾ ਆ ਉਹਦੇ 'ਚ 360 ਡਿਗਰੀ ਹੁੰਦੇ। ਕਹਿਣ ਦਾ ਭਾਵ 1 ਡਿਗਰੀ ਦੇ ਨਿਸ਼ਾਨ ਹੋਏ ਤਾਂ 360 ਜਿਹੜੇ ਆ ਉਹਦੇ ਤੇ ਨਿਸ਼ਾਨ ਜਿਹੜੇ ਆ ਉਹ 360 ਡਿਗਰੀ ਦੇ ਲੱਗੇ ਹੁੰਦੇ 1 ਡਿਗਰੀ ਕਰਕੇ। ਸੋ ਇਸ ਤਰ੍ਹਾਂ ਇਹ ਜੋਬ ਜਿਹੜੀ ਆ ਉਹਨੂੰ ਅਸੀਂ ਜਿਹੜੀ ਆ 360 ਡਿਗਰੀਆਂ ਦੇ ਵਿੱਚ ਡਿਵਾਈਡ ਕਰ ਦਿੰਦੇ ਆ। ਉਸ ਤੋਂ ਅੱਗੇ ਕੀ ਆ ਕਿ ਜਿਹੜਾ ਪ੍ਰਿਜ਼ਮ ਅੰਦਰ ਲੱਗਾ ਹੁੰਦਾ, ਪ੍ਰਿਜ਼ਮ ਦੇ ਉੱਪਰ ਜਿਹੜੀ ਲਾਈਟ ਜਿਹੜੀ ਫੋਕਸ ਕਰਦੀ ਆ ਅੰਦਰਲਾ ਜਿਹੜਾ 1 ਡਿਗਰੀ ਵਾਲੀ ਹੈਗੀ ਆ, ਤੇ ਇਹ ਜਿੱਥੋਂ ਦੀ ਅਸੀਂ ਅੱਖ ਦੇ ਨਾਲ ਦੇਖਦੇ ਆ, ਜਿੱਥੇ ਅਸੀਂ ਅੱਖ ਦੇ ਨਾਲ ਦੇਖਣਾ ਆ ਉਸ ਦੇ ਉੱਪਰ ਅੱਗੇ ਜਾ ਕੇ ਜਿਹੜਾ 1 ਡਿਗਰੀ ਆ ਉਹਨੂੰ ਫਿਰ ਜਿਹੜੇ ਆ 60 ਦੇ ਵਿੱਚ ਡਿਵਾਈਡ ਕੀਤਾ ਜਾਂਦਾ। ਯਾਨੀ ਕਿ 1 ਡਿਗਰੀ ਨੂੰ 60 ਦੇ ਵਿੱਚ ਫਿਰ ਜਿਹੜਾ ਆ ਅੱਗੇ ਡਿਵਾਈਡ ਕਰ ਦਿੰਦੇ ਆ। ਹੁਣ 1 ਡਿਗਰੀ ਦੇ ਵਿੱਚ 60 ਮਿੰਟ ਹੁੰਦੇ ਆ। ਸੋ ਇਹਦਾ ਭਾਵ ਕੀ ਕਿ 1 ਡਿਗਰੀ ਨੂੰ 60 'ਚ ਡਿਵਾਈਡ ਕਰ ਦਿੱਤਾ, ਯਾਨੀ ਕਿ 1 ਮਿੰਟ ਤੱਕ ਅਸੀਂ ਡਿਵਾਈਡ ਕਰਤਾ। ਸੋ ਇਸ ਦੇ ਨਾਲ ਜਿਹੜੀ ਆ ਅਸੀਂ ਜਦੋਂ ਮਾਈਕਰੋਸਕੋਪ ਦੇ ਥਰੂ ਅਸੀਂ ਇਹਦੇ ਵਿੱਚ ਦੇਖਦੇ ਆ ਤਾਂ ਇਹਦੇ ਵਿੱਚ ਜਿਹੜਾ ਆ ਅਸੀਂ 1 ਮਿੰਟ ਦੀ
ਦੀ ਸ਼ੁੱਧਤਾ ਤੱਕ ਜਿਹੜਾ ਆ ਐਂਗਲ ਜਿਹੜਾ ਆ ਉਹ ਚੈੱਕ ਵੀ ਕਰ ਸਕਦੇ ਹਾਂ, ਅਸੀਂ ਇੰਡੈਕਸਿੰਗ ਵੀ ਕਰ ਸਕਦੇ ਹਾਂ। ਮੈਂ ਜਿਵੇਂ ਦੱਸਿਆ ਕਿ ਇੱਥੋਂ ਸਿਰਫ ਅਸੀਂ ਘੁਮਾਉਣ ਦਾ ਹੀ ਕੰਮ ਲੈਣਾ, ਜਿਹੜੀ ਇੰਡੈਕਸਿੰਗ ਚੈੱਕ ਕਰਨੀ ਕਿ ਕਿੰਨੇ ਐਂਗੂਲਰ ਵਾਹ ਹੋ ਗਈ ਉਹ ਅਸੀਂ ਇੱਥੋਂ ਚੈੱਕ ਕਰਨੀ ਆ, ਵਿੱਚੋਂ ਦੇਖ ਕੇ ਕਰਨੀ ਆ। ਇਹਨੂੰ ਸਿਰਫ ਘੁਮਾਉਣ ਦਾ ਹੀ ਆ ਕੰਮ, ਤੇ ਜਿੰਨਾ ਡਿਗਰੀ ਅਸੀਂ ਘੁਮਾਉਣਾ ਆ, ਜਿੰਨੇ ਅਸੀਂ ਮਿੰਟ ਘੁਮਾਉਣਾ ਆ, ਉਨੇ ਅਸੀਂ ਇੱਥੋਂ ਮਿੰਟ ਜਿਹੜੇ ਆ ਉਹਨੂੰ ਘੁਮਾ ਲਵਾਂਗੇ। ਸੋ ਇਸ ਕਰਕੇ ਇਹ ਕਿਉਂਕਿ ਇਹਦੇ 'ਚ ਜਿਹੜਾ ਹੈਗਾ ਸਕੇਲ ਲੱਗੀ ਹੁੰਦੀ, ਉੱਪਰ ਮਾਈਕਰੋਸਕੋਪ ਲੱਗੀ ਹੁੰਦੀ ਆ, ਸੋ ਇਸ ਕਰਕੇ ਇਹਨੂੰ ਆਪਟੀਕਲ ਇੰਡੈਕਸਿੰਗ ਹੈਡ ਕਹਿੰਦੇ ਆ ਅਸੀਂ। ਇਹ 1 ਮਿੰਟ ਦੀ ਸ਼ੁੱਧਤਾ ਤੱਕ ਜਿਹੜੀ ਆ ਇੰਡੈਕਸਿੰਗ ਕਰ ਦਿੰਦਾ ਹੈਗਾ। ਅੱਗੇ ਆ ਗਿਆ ਵਾਈਡ ਰੇਂਜ ਇੰਡੈਕਸਿੰਗ ਹੈਡ। ਵਾਈਡ ਰੇਂਜ ਤੋਂ ਭਾਵ ਆ ਕਿ ਬਹੁਤ ਜ਼ਿਆਦਾ ਇੰਡੈਕਸਿੰਗ ਦੀ ਜਿਹੜੀ ਆ ਰੇਂਜ ਹੋ ਗਈ। ਸੋ ਉਹ ਇੰਡੈਕਸਿੰਗਾਂ ਜਿਹੜੀਆਂ ਅਸੀਂ ਦੂਸਰੇ ਤੇ ਨਹੀਂ ਕਰ ਸਕਦੇ, ਜਾਂ ਸਾਨੂੰ ਜ਼ਿਆਦਾ ਅਸੀਂ ਪਾਰਟ ਕਰਦੇ ਆ, ਫਿਰ ਉਹ ਸਾਡੇ ਸਿੰਪਲ ਜਿਹੜੇ ਦੂਸਰੇ ਇੰਡੈਕਸਿੰਗ ਹੈਡ ਵਾ ਉਹਨਾਂ ਤੇ ਨਹੀਂ ਹੋ ਪਾਉਂਦੀ। ਸੋ ਉਸ ਵਾਸਤੇ ਹੈ ਵਾਈਡ ਰੇਂਜ ਇੰਡੈਕਸਿੰਗ ਹੈਡ। ਇਹਦੇ ਉੱਪਰ ਜਿਹੜਾ ਆ 2 ਤੋਂ ਲੈ ਕੇ 4 ਲੱਖ ਤੱਕ ਜਿਹੜੀ ਆ ਡਿਵੀਜ਼ਨਾਂ ਇਹਦੇ ਤੇ ਕੀਤੀਆਂ ਜਾ ਸਕਦੀਆਂ, ਯਾਨੀ ਕਿ 2 ਤੋਂ ਲੈ ਕੇ 4 ਲੱਖ ਤੱਕ ਜਿਹੜੇ ਆ ਅਸੀਂ ਦੰਦੇ ਕੱਟ ਸਕਦੇ ਆ, ਜਾਂ ਅਸੀਂ ਉਸ ਜੋਬ ਨੂੰ ਡਿਵਾਈਡ, ਉਸ ਸਰਕੂਲਰ ਜੋਬ ਨੂੰ ਡਿਵਾਈਡ ਕਰ ਸਕਦੇ ਆ। ਸੋ ਅੱਗੇ ਇਹਦੇ ਵਿੱਚ ਜਿਹੜੀ ਹੈਗੀ ਆ, ਇਹਦੇ ਪਾਰਟਸ ਹੈਗੇ ਆ। ਇਹਦੇ ਵਿੱਚ ਇਹ ਜਿਹੜੀ ਆ ਹੈ ਲਿਖਿਆ ਹੋਇਆ, ਇਹ ਲਾਰਜ ਪਲੇਟ ਆ, ਵੱਡੀ ਪਲੇਟ ਆ ਇੰਡੈਕਸਿੰਗ ਪਲੇਟ। ਇੰਡੈਕਸਿੰਗ ਪਲੇਟ ਇਹਦੇ 'ਚ ਵੱਡੀ ਆ, ਇਹਦੇ ਉੱਪਰ ਜਿਹੜੇ ਆ ਉਹ ਹੋਲ ਹੁੰਦੇ, ਵੱਖ-ਵੱਖ ਸਰਕਲ ਲੱਗੇ ਹੁੰਦੇ ਆ, ਉਹਨਾਂ ਦੇ ਵਿੱਚ ਵੱਖ-ਵੱਖ ਹੋਲ ਹੁੰਦੇ ਆ। ਵੀ ਜਿਹੜੀ ਆ ਇਹ ਕਰੈਂਕ ਹੈਗੀ ਆ, ਇੱਥੇ ਕਰੈਂਕ ਹੈਗੀ ਆ ਵੀ ਤੇ ਜਿਹੜੀ ਵੱਡੀ ਪਲੇਟ ਦੀ ਹੈਗੀ ਆ। ਸੀ ਸਮਾਲ ਇੰਡੈਕਸਿੰਗ ਪਲੇਟ ਹੈਗੀ, ਇਹ ਜਿਹੜੀ ਹੈਗੀ ਆ ਸਮਾਲ ਆ, ਉੱਪਰ ਇੰਡੈਕਸਿੰਗ ਪਲੇਟ ਜਿਹੜੀ ਆ ਗਈ ਆ। ਅੱਗੇ ਡੀ ਜਿਹੜੀ ਆ ਉੱਪਰ ਇਹਦੀ ਡੀ, ਇਹ ਉੱਪਰ ਇਹਦੇ ਕਰੈਂਕ ਹੈਗੀ ਆ ਜਿਹਨੂੰ ਅਸੀਂ ਘੁਮਾਉਣਾ। ਜਿਹੜਾ ਜੀ ਹੈਗਾ ਇਹ ਗੀਅਰਿੰਗ ਹਾਊਸ ਆ, ਜਿਹਦੇ ਅੰਦਰ ਜਿਹੜੇ ਗੇਅਰ ਵਗੈਰਾ ਲੱਗੇ ਹੋਏ ਆ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੇ ਇਹਦੇ ਪਾਰਟਸ ਹੈਗੇ ਆ। ਹੁਣ ਜਿਹੜਾ ਵਾਈਡ ਰੇਂਜ ਡਿਵਾਈਡਿੰਗ ਹੈਡ ਵਾ, ਇਹ ਜਿਵੇਂ ਮੈਂ ਤੁਹਾਨੂੰ ਦੱਸਿਆ 2 ਤੋਂ ਲੈ ਕੇ 4 ਲੱਖ ਤੱਕ ਡਿਵੀਜ਼ਨ ਕਰ ਦਿੰਦਾ। ਹੁਣ ਇਹਦੇ ਵਿੱਚ ਕੀ ਆ, ਲਾਰਜ ਇੰਡੈਕਸਿੰਗ ਪਲੇਟ ਜਿਹੜੀ ਆ ਉਹਦੇ 'ਚ ਦੋਨੇ ਹੀ ਸਾਈਡਾਂ ਤੇ 11 ਜਿਹੜੇ ਆ ਸਰਕਲ ਲੱਗੇ ਹੁੰਦੇ ਆ। 11 ਸਰਕਲ ਵੱਖ-ਵੱਖ ਹੋਲਾਂ ਦੇ ਲੱਗੇ ਹੁੰਦੇ ਆ, ਦੋਨੇ ਪਾਸੇ, ਇੱਧਰ ਵੀ ਤੇ ਦੂਸਰੇ ਪਾਸੇ ਵੀ ਇੰਡੈਕਸਿੰਗ ਪਲੇਟ ਦੇ। ਸੋ ਜਿਹੜੀ ਸਮਾਲ ਇੰਡੈਕਸਿੰਗ ਪਲੇਟ ਵਾ, ਜਿਹੜੀ ਉਹਦੇ ਵੱਡੀ ਇੰਡੈਕਸਿੰਗ ਪਲੇਟ ਦੇ ਸਾਹਮਣੇ ਆਉਂਦੀ ਆ, ਇਹ ਛੋਟੀ ਆ ਜਿਹੜੀ। ਸੋ ਇਹਦੇ ਉੱਪਰ ਜਿਹੜੇ ਆ 54 ਹੋਲ ਤੇ 100 ਹੋਲ ਜਿਹੜੇ ਆ ਉਹ ਕੀਤੇ ਹੁੰਦੇ ਆ। 100 ਹੋਲ ਵਾਲਾ ਇੱਕ ਸਰਕਲ ਹੁੰਦਾ, ਇੱਕ ਜਿਹੜਾ ਹੈਗਾ 54 ਹੋਲ ਵਾਲਾ ਸਰਕਲ ਹੁੰਦਾ ਆ। ਸੋ ਇਹਦੇ ਵਿੱਚ ਜਿਹੜੀ ਆ ਰੇਸ਼ੋ ਜਿਹੜੀ ਆ, ਪਹਿਲਾਂ ਤਾਂ ਸਿੰਪਲ ਆ ਜਾਂਦੀ ਆ, ਥੱਲੇ ਵਾਲਾ ਜਿਹੜਾ ਹੈਗਾ ਆ 40:1 ਦੀ ਰੇਸ਼ੋ ਆ ਜਾਂਦੀ ਆ। ਫਿਰ ਉਹਨੂੰ ਅੱਗੇ ਜਿਹੜੀ ਹੈਗੀ ਆ, ਫਿਰ ਭਾਗ ਜਿਹੜੇ ਆ 100 ਦੇ ਵਿੱਚ ਕਰ ਦਿੱਤਾ। ਸੋ 100 ਦੇ ਵਿੱਚ ਕਰਨ ਦੇ ਅੱਗੇ ਰੇਸ਼ੋ ਦੇ ਨਾਲ ਕੀ ਹੋਇਆ, ਇਹ ਆ ਗਿਆ 1/4000। ਸੋ 1/4000 ਜਿਹੜੀ ਰੇਸ਼ੋ ਬਣ ਗਈ, 140 ਤੋਂ 1/4000 ਬਣ ਗਿਆ। ਫਿਰ ਜਿਹੜਾ ਆ ਪਹਿਲਾਂ ਜਿਹੜੀ ਆ ਲਾਰਜ ਇੰਡੈਕਸਿੰਗ ਕਰੈਂਕ, ਜਿਵੇਂ ਦੱਸਿਆ 40:1 ਦੀ ਰੇਸ਼ੋ ਆ। ਫਿਰ ਜਿਹੜੀ ਆ ਅੱਗੇ ਉਹਦੇ 'ਚ ਟਰਨਾਂ ਜਿਹੜੀਆਂ ਹੈਗੀਆਂ ਉਹ 100 ਦੇ ਹਿੱਸੇ ਕਰ ਦਿੱਤੇ, ਤੋਂ ਇਸ ਤਰ੍ਹਾਂ 1/4000 ਜਿਹੜੀਆਂ ਉਹਦੀਆਂ ਟਰਨਾਂ ਆ ਜਾਂਦੀਆਂ। ਹੁਣ ਜਿਹੜਾ ਅੱਗੇ ਆ ਸਮਾਲ ਇੰਡੈਕਸਿੰਗ ਦੀ ਆ, ਉਹ ਅੱਗੇ ਜਿਹੜੀ ਆ 101 ਦੀ ਰੇਸ਼ੋ ਆ ਜਾਂਦੀ ਆ। ਫਿਰ ਅੱਗੇ ਜਿਹੜੀ ਆ 101 ਦੀ ਰੇਸ਼ੋ ਆ ਜਾਂਦੀ। ਅੱਗੇ ਜਿਹੜਾ ਪਹਿਲਾਂ ਵੱਡੀ ਤੇ ਆ ਗਿਆ ਸਾਡਾ 1/4000 ਆ ਗਈ। ਸੋ ਉਹਨੂੰ 1/4000 ਨੂੰ ਜਦੋਂ ਅਸੀਂ 1/100 ਅੱਗੇ ਫਿਰ ਹੋਰ ਰੇਸ਼ੋ ਕਰ ਦਿੱਤੀ, ਤਾਂ ਇਹ ਜਿਹੜਾ ਆ 1/4 ਲੱਖ ਆ ਗਿਆ। ਸੋ ਜਿਵੇਂ 1 ਹੋਲ ਔਨ ਜਿਹੜਾ 100 ਹੋਲ ਵਾ ਇੱਕ ਤੇ ਸਰਕਲ ਆਫ ਸਮਾਲ ਇੰਡੈਕਸਿੰਗ ਪਲੇਟ ਤੇ ਜਿਹੜੇ ਹੈਗੇ ਆ 1/100 ਗੁਣਾ 1/4000। ਸੋ ਇਹ ਬਣ ਗਿਆ 1/4 ਲੱਖ ਟਰਨ। ਸੋ ਇੰਡੈਕਸਿੰਗ ਮੂਵਮੈਂਟ ਜਿਹੜੀ ਇੱਥੇ ਆਉਣੀ ਆ ਸਾਡੀ, ਉਹ ਆਉਣੀ ਆ 4 ਲੱਖ/n, ਜਿੰਨੀ ਅਸੀਂ ਕਰਨੀ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਆ ਅਸੀਂ ਇੰਡੈਕਸਿੰਗ ਮੂਵਮੈਂਟ ਇੱਥੇ ਆ ਉਹ ਇਹਦੇ ਨਾਲ ਦਿੰਦੇ ਆ। ਇਹ ਵਾਈਡ ਰੇਂਜ ਇੰਡੈਕਸਿੰਗ ਹੈਡ ਹੈਗਾ ਆ। ਸੋ ਇਹ ਜਿਹੜੇ ਸੀ ਇੰਡੈਕਸਿੰਗ ਹੈਡ ਸੀਗੇ, ਇਹਨਾਂ ਦਾ ਆਪਣਾ ਆਪਣਾ ਕੰਮ ਆ। ਜਿੱਥੇ ਇੱਕ ਇੰਡੈਕਸਿੰਗ ਪਹਿਲਾਂ ਸਭ ਤੋਂ ਅਸੀਂ ਜਿਹੜੀ ਆ ਡਾਇਰੈਕਟ ਇੰਡੈਕਸਿੰਗ ਕਰਦੇ ਹੈਗੇ ਆ, ਕਿਉਂਕਿ ਉਹ ਜਲਦੀ ਹੋ ਜਾਂਦੀ ਆ। ਜਿਹੜੀ ਇੰਡੈਕਸਿੰਗ ਉਹਦੇ ਤੇ ਨਹੀਂ ਹੁੰਦੀ, ਫਿਰ ਬਰਮਬੀਰ ਵਾਲੇ ਤੇ ਕਰ ਲੈਂਦੇ ਆ, ਸਿੰਪਲ ਵਾਲੇ ਤੇ ਕਰ ਲੈਂਦੇ ਆ। ਨਹੀਂ ਹੁੰਦੀ ਫਿਰ ਜਿਹੜੀ ਹੈਗੀ ਆ ਸਾਡੇ ਕੋਲ ਜਿਹੜਾ ਹੈਗਾ ਆ ਯੂਨੀਵਰਸਲ ਇੰਡੈਕਸਿੰਗ ਹੈਡ ਕਰ ਲੈਂਦੇ ਆ। ਜਿਹੜੀ ਯੂਨੀਵਰਸਲ ਤੇ ਵੀ ਨਹੀਂ ਹੋ ਸਕਦਾ, ਫਿਰ ਵੱਡੀ ਰੇਂਜ ਆ ਜਾਂਦੀ ਆ, ਫਿਰ ਵਾਈਡ ਰੇਂਜ ਇੰਡੈਕਸਿੰਗ ਹੈਡ ਤੇ ਅਸੀਂ ਕਰ ਲੈਂਦੇ ਆ, ਜਾਂ ਅਸੀਂ ਆਪਟੀਕਲ ਜਿਹੜਾ ਇੰਡੈਕਸਿੰਗ ਹੈਡ ਹੈਗਾ ਆ ਉਹਦੀ ਅਸੀਂ ਵਰਤੋਂ ਕਰ ਲੈਂਦੇ ਆ। ਸੋ ਆਸ ਆ ਕਿ ਇਹ ਤੁਹਾਨੂੰ ਜਿਹੜੀ ਆ ਵੀਡੀਓ ਪਸੰਦ ਆਈ ਹੋਏਗੀ। ਜੇ ਪਸੰਦ ਆਈ ਆ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਸੋ ਥੈਂਕ ਯੂ, ਧੰਨਵਾਦ।